Hello everyone, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। I hope you all are doing fine. Welcome back to the session. ਆਪਾਂ ਕਰ ਰਹੇ ਸੀ ਸੈਕੰਡ ਕਲਾਸ ਦੀ ਮੈਥਸ ਦੀ ਬੁੱਕ ਤੇ ਉਹਦਾ 5th ਚੈਪਟਰ ਸ਼ੇਪਸ। ਆਓ ਅੱਗੇ ਵਧਦੇ ਹਾਂ। Recognition of shapes of the objects of daily life. ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੇ ਆਕਾਰ ਹੈਗੇ ਨੇ ਉਹਨਾਂ ਨੂੰ ਪਛਾਣਨਾ, ਚੀਜ਼ਾਂ ਦੇ ਵੀ ਉਹ ਕਿਹੜੇ ਆਕਾਰ ਦੀਆਂ ਚੀਜ਼ਾਂ ਹੈਗੀਆਂ ਨੇ। Show color and show the picture in such a way that the shape is clearly visible to the students. ਰੰਗ ਦਿਖਾ ਕੇ ਤੁਸੀਂ ਬੱਚਿਆਂ ਨੂੰ ਤਸਵੀਰ ਦੇ ਵਿੱਚ ਇਹ ਦੱਸਣਾ ਹੈ ਵੀ ਕਿਹੜੀ ਸ਼ੇਪ ਹੈਗੀ ਹੈ, ਆ ਦੱਸੋ। ਜਿਵੇਂ ਕਿ ਇੱਥੇ ਬਣਾਇਆ ਹੋਇਆ ਹੈ think of objects ਕਿਹਾ ਹੋਇਆ ਹੈ ਤੇ ਕਿਹੜੇ ਕਿਹੜੇ ਆਬਜੈਕਟਸ ਹੈਗੇ ਨੇ, ਆ ਦੇਖੋ। ਇੱਕ ਆ ਹੈਗਾ ਕੋਨ ਦੀ ਫਾਰਮ ਦੇ ਵਿੱਚ, ਇੱਕ ਆ ਪੇੜ ਹੈਗਾ, ਇੱਕ ਹੋਰ ਟ੍ਰਾਇੰਗਲ ਹੈਗਾ ਤੇ ਇੱਕ ਇਹ ਪਹਾੜ ਬਣਾਇਆ ਹੋਇਆ। ਜੇ ਤੁਸੀਂ ਧਿਆਨ ਨਾਲ ਦੇਖੋਗੇ ਤੇ ਇਹ ਇੱਕ ਟ੍ਰਾਇੰਗਲ ਦੇ ਵੱਖ-ਵੱਖ ਸ਼ੇਪਸ ਹੈਗੇ ਨੇ, ਵੱਖ-ਵੱਖ ਚੀਜ਼ਾਂ ਦੇ ਵਿੱਚ ਸਾਨੂੰ ਟ੍ਰਾਇੰਗਲ ਦਿਖਾਈ ਦਿੰਦਾ ਹੈ। ਉਵੇਂ ਹੀ ਜੇ ਆਪਾਂ ਦੇਖੀਏ ਸਰਕਲ ਕਿਹੜੀ-ਕਿਹੜੀ ਸ਼ੇਪ ਦੇ ਵਿੱਚ ਦਿਖਾਈ ਦੇ ਸਕਦਾ ਹੈ। ਇੱਕ ਸਾਨੂੰ ਬੋਲ ਦੇ ਰੂਪ ਦੇ ਵਿੱਚ ਦਿਖਾਈ ਦੇ ਸਕਦਾ ਹੈ। ਇਹ ਜਿਹੜੀ ਕਾਰ ਹੈਗੀ ਇਹਦੇ ਟਾਇਰ ਵੀ ਸਰਕੂਲਰ ਹੁੰਦੇ ਨੇ, ਗੋਲ, ਜਾਂ ਇਹਦਾ ਜਿਹੜਾ ਸਟੀਅਰਿੰਗ ਵੀਲ ਹੈਗਾ ਜਿਹਦੇ ਨਾਲ ਆਪਾਂ ਡਰਾਈਵ ਕਰਦੇ ਹਾਂ ਉਹ ਵੀ ਗੋਲ ਹੁੰਦਾ ਹੈ। ਬਲੂਨਸ ਵੀ ਗੋਲ ਆਕਾਰ ਦੇ ਹੁੰਦੇ ਨੇ, ਲਾਈਟਸ ਉਹ ਵੀ ਗੋਲ ਆਕਾਰ ਦੀਆਂ ਹੁੰਦੀਆਂ ਨੇ। ਫਿਰ ਇੱਥੇ ਫੁੱਲ, ਇਹ ਪੂਰਾ ਫੁੱਲ ਜੇ ਤੁਸੀਂ ਦੇਖੋ ਇਹ ਵੀ ਗੋਲ ਆਕਾਰ ਦੇ ਵਿੱਚ ਹੈਗਾ ਤੇ ਸਨ ਵੀ ਸਰਕੂਲਰ ਸ਼ੇਪ 'ਚ ਹੈ। ਹੁਣ ਗੱਲ ਕਰਦੇ ਹਾਂ ਸਕੁਆਇਰ ਦੀ। ਸਕੁਆਇਰ ਉਹ ਹੁੰਦਾ ਜਿਹਦੋਂ ਚਾਰੋਂ ਸਾਈਡਸ ਬਰਾਬਰ ਹੁੰਦੀ ਹੈ, ਏ ਜਾਂ ਏ। ਗਿਫਟ ਪੈਕ GIFT ਸਕੁਆਇਰ ਸ਼ੇਪ ਦਾ ਡੱਬਾ। ਚੈਸ ਬੋਰਡ ਇਹ ਵੀ ਸਕੁਆਇਰ ਸ਼ੇਪ ਦਾ ਹੈ। ਆ ਤੁਸੀਂ ਲੈ ਸਕਦੇ ਹੋ ਟੇਬਲ ਜਾਂ ਤੁਸੀਂ ਕਹਿ ਸਕਦੇ ਹੋ ਕਾਰਡਬੋਰਡ, ਉਹ ਵੀ ਸਕੁਆਇਰ ਸ਼ੇਪ ਦਾ। ਹੁਣ ਵਧਦੇ ਹਾਂ ਤੇ ਗੱਲ ਕਰਦੇ ਹਾਂ ਰੈਕਟੈਂਗਲ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਦਿਖਾਈ ਦਿੰਦਾ ਹੈ। ਰੈਕਟੈਂਗਲ ਦੇ ਦੋ ਆਮਣੇ ਸਾਹਮਣੇ ਵਾਲੀ ਜਿਹੜੀ ਸਾਈਡਸ ਹੁੰਦੀਆਂ ਉਹ ਬਰਾਬਰ ਹੁੰਦੀਆਂ ਤੇ ਇਹ ਸਾਈਡ ਬਰਾਬਰ ਹੈ। ਰੈਕਟੈਂਗਲ ਤੁਸੀਂ ਦੇਖ ਸਕਦੇ ਹੋ ਤੁਹਾਡਾ ਟੀਵੀ ਹੋ ਗਿਆ ਜਾਂ ਕੰਪਿਊਟਰ ਰੈਕਟੈਂਗਲ ਸ਼ੇਪ ਦੇ ਵਿੱਚ ਹੁੰਦਾ ਹੈ। ਫਿਰ ਉਸ ਤੋਂ ਬਾਅਦ ਮੋਬਾਈਲ ਜੇ ਟੇਢਾ ਕਰਕੇ ਦੇਖੋ ਉਹ ਵੀ ਰੈਕਟੈਂਗੂਲਰ ਹੁੰਦਾ। ਆ ਦੇਖੋ, ਤੇ ਕੋਈ ਹੋਰ ਬੋਰਡ ਜੇ ਗੱਲ ਕਰੀਏ ਉਹ ਵੀ ਰੈਕਟੈਂਗੂਲਰ ਹੋ ਸਕਦਾ ਹੈ, ਬੁੱਕ ਵੀ ਰੈਕਟੈਂਗੂਲਰ ਹੋ ਸਕਦੀ ਹੈ, ਡੋਰ ਦਰਵਾਜ਼ਾ ਵੀ ਰੈਕਟੈਂਗੂਲਰ ਹੋ ਸਕਦਾ ਹੈ ਤੇ ਸਕੇਲ ਇਹ ਵੀ ਰੈਕਟੈਂਗੂਲਰ ਹੁੰਦਾ ਹੈ। ਆ ਦੋਨੋਂ ਸਾਈਡਸ ਬਰਾਬਰ ਤੇ ਇਹ ਦੋਨੋਂ ਆਪਸ ਵਿੱਚ ਬਰਾਬਰ। ਅੱਗੇ ਕਿਹਾ ਗਿਆ ਨੋਟ ਫॉर ਟੀਚਰਸ, ਅਧਿਆਪਕਾਂ ਦੇ ਲਈ ਨੋਟ। The teacher will explain the difference between a square and a rectangle. ਅਧਿਆਪਕ ਸਕੁਆਇਰ ਤੇ ਰੈਕਟੈਂਗਲ ਦੇ ਵਿੱਚ ਫਰਕ ਦੱਸਣਗੇ। ਕੀ ਫਰਕ ਹੈ? ਜਿਹੜਾ ਸਕੁਆਇਰ ਹੁੰਦਾ ਹੈ ਉਹਦੀ ਚਾਰੋਂ ਸਾਈਡਸ ਬਰਾਬਰ ਹੁੰਦੀਆਂ ਨੇ, ਰੈਕਟੈਂਗਲ ਦੀ ਆਮਨੋ ਸਾਹਮਣੇ ਵਾਲੀ ਸਾਈਡਸ ਜਿਹੜੀਆਂ ਹੈਗੀਆਂ ਉਹ ਬਰਾਬਰ ਹੁੰਦੀਆਂ ਨੇ। He will tell that the sides of square are equal. Square ਦੀ ਚਾਰੇ ਪਾਸੇ ਬਰਾਬਰ ਹੁੰਦੇ ਨੇ and opposite sides of a rectangle are equal. ਤੇ opposite sides ਜਿਹੜੀਆਂ ਹੁੰਦੀਆਂ ਉਹ ਰੈਕਟੈਂਗਲ ਦੀਆਂ ਬਰਾਬਰ ਹੁੰਦੀਆਂ ਨੇ। ਅੱਗੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ curve and straight line. ਆਓ ਸਮਝੀਏ। Which way would you choose for going from home to school? ਘਰ ਤੋਂ ਸਕੂਲ ਜਾਣ ਲਈ ਤੁਸੀਂ ਕਿਹੜਾ ਰਾਹ ਚੁਣੋਗੇ? ਆ ਰਿਹਾ ਸਕੂਲ ਤੇ ਉਹ ਸੀਗਾ ਘਰ। ਸਿੱਧਾ ਰਾਹ ਸਟ੍ਰੇਟ ਇਹ ਵਾਲਾ ਜਾਂ ਇੰਜ ਕਰਕੇ ਘੁੰਮ ਕੇ ਆਓਗੇ ਕਰਵਡ? ਤੁਸੀਂ ਦੱਸੋ ਇਹ ਵਾਲਾ ਰਸਤਾ ਚੁਣੋਗੇ ਜਾਂ ਆ ਵਾਲਾ ਚੁਣੋਗੇ? ਜਰੂਰ ਦੱਸਿਓ ਮੈਨੂੰ। ਹੁਣ ਸਟ੍ਰੇਟ ਲਾਈਨ ਬਾਰੇ ਦੱਸਿਆ ਗਿਆ ਜਿਹਦਾ ਮਤਲਬ ਹੁੰਦਾ ਹੈ ਸਿੱਧੀ ਲਕੀਰ ਜਾਂ ਸਿੱਧੀ ਲਾਈਨ। ਹੁਣ ਇਹ ਸਮਝਾਉਣ ਦੇ ਲਈ ਆਪਾਂ ਇੱਕ ਕੰਮ ਕਰਾਂਗੇ। If we fold the paper and make a crease, ਮੰਨ ਲਓ ਆਪਾਂ ਇੱਕ ਸ਼ੀਟ ਲਈ ਤੇ ਉਹਨੂੰ ਇੰਜ ਕਰਕੇ ਫੋਲਡ ਕਰਤਾ, ਕਾਗਜ਼ ਨੂੰ ਤੁਸੀਂ ਫੋਲਡ ਕਰ ਦੋ ਤੇ ਉਹਦੀ ਕ੍ਰੀਜ਼ ਬਣ ਜਾਏਗੀ, ਮੁੜ ਜਾਏਗਾ ਨਾ ਅੰਦਰੋਂ। A straight line is formed at the crease when we unfold it. ਤੇ ਜਦ ਆਪਾਂ ਉਹਨਾਂ ਨੂੰ ਖੋਲਾਂਗੇ ਹਿੱਸਿਆਂ ਨੂੰ ਤਾਂ ਤੁਸੀਂ ਦੇਖੋਗੇ ਇਹ ਸਿੱਧੀ ਲਕੀਰ ਬਣ ਜਾਏਗੀ, ਇਹਨੂੰ ਕ੍ਰੀਜ਼ ਕਹੀਦਾ। Similarly, when we stretch a thread from both ends, we get a straight line. ਹੋਰ ਸਿੱਧੀ ਲਕੀਰ ਕਿਵੇਂ ਬਣਦੀ ਹੈ? ਜਦੋਂ ਅਸੀਂ ਇੱਕ ਧਾਗੇ ਨੂੰ ਦੋਹਾਂ ਸਿਰਾਂ ਤੋਂ ਖਿੱਚਦੇ ਆ ਤਾਂ ਵੀ ਇੱਕ ਸਿੱਧੀ ਲਾਈਨ ਬਣ ਜਾਂਦੀ ਹੈ। There are
many types of straight lines। ਹੁਣ ਸਿੱਧੀਆਂ ਰੇਖਾਵਾਂ ਵੀ ਕਈ ਕਿਸਮਾਂ ਦੀਆਂ ਹੁੰਦੀਆਂ ਨੇ। ਜੇ ਉੱਤੋਂ ਥੱਲੇ ਤਾਈਂ ਆ ਰਹੀ ਹੈ ਉਹਨੂੰ ਆਪਾਂ ਕਹੀਦਾ vertical line, ਇੰਜ ਕਰਕੇ। ਜੇ ਇੰਜ ਕਰਕੇ ਹੈ left to right ਜਾਂ right to left ਉਹਨੂੰ ਕਹੀਦਾ horizontal line। ਤੇ ਜੇ ਟੇਢੀ ਬਣਾਈ ਹੋਈ ਹੈ ਇੰਜ ਕਰਕੇ ਇਹਨੂੰ ਕਹੀਦਾ transversal line। ਠੀਕ ਹੈ ਬੇਟਾ, ਅੱਗੇ ਵਧਦੇ ਹਾਂ। curved lines, when we hold any rope loosely we get a curved line। ਜਦੋਂ ਅਸੀਂ ਕਿਸੇ ਰੱਸੀ ਨੂੰ ਢਿੱਲਾ ਕਰਕੇ ਫੜਦੇ ਆ ਤਾਂ ਸਾਨੂੰ ਇੱਕ curved line ਮਿਲਦੀ ਆ। ਦੇਖੋ ਢਿੱਲਾ ਕਰਕੇ ਫੜਿਆ ਹੋਇਆ। to draw a line, ਇੱਕ ਲਕੀਰ ਕਿਵੇਂ ਖਿੱਚਣੀ ਹੈ। we can draw lines with a scale or along edges of any straight objects like copy, geometry box, etc। ਹੁਣ ਅਸੀਂ ਕਿਸੇ ਵੀ ਸਿੱਧੀ ਵਸਤੂ ਵਿੱਚ ਉਹਦੀ ਸਾਈਡ ਲੈ ਕੇ ਇੱਕ ਸਿੱਧੀ ਲਕੀਰ ਖਿੱਚ ਸਕਦੇ ਹਾਂ ਜਾਂ ਫਿਰ ਇੱਕ ਸਕੇਲ ਦਾ ਇਸਤੇਮਾਲ ਕਰ ਸਕਦੇ ਹਾਂ ਸਿੱਧੀ ਲਕੀਰ ਖਿੱਚਣ ਦੇ ਲਈ। ਕਈ ਵਾਰ ਸਕੇਲ ਨਹੀਂ ਹੁੰਦਾ। ਹੁਣ ਇੱਥੇ ਸਾਨੂੰ ਸਵਾਲ ਪੁੱਛਿਆ ਹੋਇਆ ਵੀ ਇਸ ਫੋਟੋ ਨੂੰ ਦੇਖ ਕੇ ਤੁਸੀਂ ਇਹ ਦੱਸੋ ਵੀ ਕਿੰਨੀਆਂ ਟ੍ਰਾਂਸਵਰਸਲ ਲਾਈਨਸ ਹੈ। ਇਹ ਵਾਲੀਆਂ ਹੁੰਦੀਆਂ ਟ੍ਰਾਂਸਵਰਸਲ, ਟੇਢੀਆਂ ਜਾਂ ਇੰਜ ਕਰਕੇ ਵੀ ਹੋ ਸਕਦੀਆਂ ਨੇ। ਕਰਵਡ ਲਾਈਨ ਇੰਜ ਕਰਕੇ ਹੁੰਦੀ ਹੈ, ਸਟ੍ਰੇਟ ਲਾਈਨ ਇੰਜ ਕਰਕੇ ਤੇ ਵਰਟੀਕਲ ਏ। ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਟ੍ਰਾਂਸਵਰਸਲ ਲਾਈਨ ਟੇਢੀਆਂ 1, ਇਹ ਵਾਲੀ 2, 3, 4, 5, 6, 7, 8, 9, 10, 11, बाहर वाली 12, अंदर वाली 13, 14, ये आ गई 15, ये वाली किरण ते आ भी 16। ਤਾਂ ਟ੍ਰਾਂਸਵਰਸ ਲਾਈਨਸ ਹੈਗੀਆਂ ਨੇ 16। ਹੁਣ ਗੱਲ ਕਰਾਂਗੇ ਕਰਵਡ ਲਾਈਨਸ ਦੀ। ਇੱਕ ਤਾਂ ਆ ਹੈਗੀ ਹੈ ਕਰਵਡ 1 ਤੇ ਆ ਹੈਗੀ ਹੈ 2, ਇੱਥੇ ਆ ਜਾਏਗਾ 2। ਹੁਣ ਗੱਲ ਕਰਾਂਗੇ ਸਟ੍ਰੇਟ ਲਾਈਨ ਜਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਹੌਰੀਜ਼ੌਂਟਲ ਲਾਈਨ ਦੀ। ਇੰਜ ਕਰਕੇ ਜਿਹੜੀ ਹੈਗੀ ਹੈ ਆ ਗਈ 1, 2, 3, 4, 5, 6, 7, ਇਹ ਹੈਗੀ ਹੈ 7। ਤੇ ਵਰਟੀਕਲ ਲਾਈਨਸ ਦੀ ਗੱਲ ਕੀਤੀ ਜਾਏ ਯਾਨੀ ਇੰਜ ਕਰਕੇ 1, 2, 3, 4, 5, 6, 7, 8, ਇਹ ਹੈਗੀਆਂ ਨੇ 8। ਠੀਕ ਹੈ ਬੇਟਾ, ਅੱਗੇ ਚੱਲਦੇ ਹਾਂ। The teacher draws straight and curved lines on blackboard or on sand before asking students to draw in their notebooks। ਅਧਿਆਪਕ ਸਿੱਧੀ ਲਕੀਰ ਤੇ curved lines blackboard ਤੇ ਬਣਾਉਣਗੇ ਜਾਂ ਫਿਰ ਮਿੱਟੀ ਤੇ ਬਣਾਉਣਗੇ, ਤੁਹਾਨੂੰ ਬਣਾ ਕੇ ਆਪ ਦਿਖਾਣਗੇ, ਫਿਰ ਤੁਹਾਨੂੰ ਕਹਿਣਗੇ ਆਪਣੀ ਕਾਪੀ ਤੇ ਬਣਾਓ। ਅੱਗੇ ਦਿੱਤੀ ਹੋਈ ਹੈ ਐਕਟੀਵਿਟੀ। The teacher will clarify a horizontal line, vertical line and transversal line by folding a paper। ਅਧਿਆਪਕ ਇੱਕ ਪੇਪਰ ਨੂੰ ਫੋਲਡ ਕਰਕੇ ਇਹ ਦੱਸਣਗੇ ਵੀ horizontal line ਕਿਹੜੀ ਹੁੰਦੀ ਹੈ ਇੰਜ ਕਰਕੇ, vertical line ਇੰਜ ਤੇ transversal line ਇੰਜ ਕਰਕੇ ਕਿਵੇਂ ਬਣਾਈ ਜਾ ਸਕਦੀ ਹੈ। ਉਹਦੇ ਲਈ ਕੀ ਕੀਤਾ ਜਾਏਗਾ ਦੇਖੋ। Take a square paper, ਇੱਕ square paper ਲਓ ਇੰਜ ਕਰਕੇ, fold it diagonally, ਇਹਨੂੰ ਟੇਢਾ ਕਰਕੇ ਕੋਨੇ ਮਿਲਾ ਕੇ ਫੋਲਡ ਕਰ ਦੋ। ਆ ਦੇਖੋ। now unfold it, ਹੁਣ ਉਹਨੂੰ ਖੋਲੋ। the crease formed on the paper is representing a transversal line, ਤੇ ਇਹ ਜਿਹੜਾ ਫੋਲਡ ਬਣਿਆ ਹੋਇਆ ਪੇਪਰ ਤੇ ਕਾਗਜ਼ ਤੇ ਇਹ ਦੱਸਦੀ ਹੈ ਵੀ ਇਹ ਇੱਕ ਟੇਢੀ ਲਕੀਰ ਹੈ ਜਿਹਨੂੰ ਆਪਾਂ ਟ੍ਰਾਂਸਵਰਸਲ ਲਾਈਨ ਕਿਹਾ ਜਾਂਦਾ ਹੈ। ਠੀਕ ਹੈ, ਲਾਈਨਸ ਨਹੀਂ ਆਏਗਾ ਬੱਚਿਓ, ਇੱਕ ਹੀ ਲਾਈਨ ਹੈ ਤੇ ਸਿਰਫ ਲਾਈਨ ਆਏਗਾ। Now take another square, ਇੱਥੇ ਆਏਗਾ ਪੇਪਰ, ਕਿਤਾਬ ਦੇ ਵਿੱਚ ਠੀਕ ਕਰ ਲਿਓ। ਇੱਕ ਹੋਰ square paper ਲਓ and fold it along the middle, and fold it along the middle ਤੇ ਇਹਨੂੰ ਵਿਚਕਾਰ ਤੋਂ ਮੋੜ ਦੋ, fold ਕਰ ਦੋ। Now unfold it, ਹੁਣ ਉਹਨੂੰ ਵਾਪਸ ਖੋਲੋ।
The line या crease thus formed is a horizontal line ਤੇ ਆ ਜਿਹੜੀ line ਬਣੀ ਹੋਈ ਹੈ ਇੰਜ ਕਰਕੇ ਲੇਟੀ ਹੋਈ ਲਾਈਨ ਇਹਨੂੰ ਆਪਾਂ horizontal line ਕਹੀਦਾ। ਹੁਣ ਜੇ ਤੁਹਾਨੂੰ ਯਾਦ ਨਹੀਂ ਹੁੰਦਾ ਵੀ horizontal line ਕਿਵੇਂ ਹੁੰਦੀ ਹੈ ਤਾਂ H ਯਾਦ ਰੱਖੋ। H ਦੇ ਵਿਚਕਾਰ ਇੰਜ ਕਰਕੇ ਲਾਈਨ ਆਉਂਦੀ ਹੈ ਨਾ ਤੇ ਇਹ ਵਾਲੀ ਜਿਹੜੀ ਲਾਈਨ ਹੁੰਦੀ ਹੈ ਲਕੀਰ ਹੁੰਦੀ ਹੈ ਇਹਨੂੰ ਆਪਾਂ horizontal ਕਹਿ ਸਕਦੇ ਹਾਂ। ਅੱਗੇ ਦਿੱਤੀ ਹੋਈ ਹੈ ਐਕਟੀਵਿਟੀ different 3-dimensional shapes। 3-dimensional ਦਾ ਮਤਲਬ ਹੁੰਦਾ ਹੈ ਤੁਹਾਨੂੰ ਪੂਰੀ ਤਰੀਕੇ ਦੇ ਨਾਲ ਦਿਖ ਜਾਏਗਾ ਵੀ ਕਿਹੋ ਜਿਹੀ ਚੀਜ਼ ਹੈਗੀ ਹੈ। ਇੱਥੇ ਬਣਾਇਆ ਹੋਇਆ ਲੈਫਟ ਹੈਂਡ ਤੇ ਚੀਜ਼ਾਂ ਕੁਝ ਖੱਬੇ ਪਾਸੇ ਤੇ ਰਾਈਟ ਹੈਂਡ ਤੇ ਇਹ ਚੀਜ਼ਾਂ ਹੈਗੀਆਂ ਸੱਜੇ ਪਾਸੇ। ਚੌਕ ਬਾਕਸ, ਹੈਂਕਰਚੀਫ ਬਣਾਇਆ, ਬ੍ਰਿਕ, ਇੱਟ, ਚਾਰਟ ਪੇਪਰ, ਬॉल ਤੇ ਇੱਥੇ ਬਣਾਈ ਹੋਈ ਹੈ ਚਪਾਤੀ, ਕੋਨ, hanger. The teacher will hold different objects in his left hand and right hand and will ask the students to differentiate the shapes. Teacher ਕੀ ਕਰਨਗੇ ਆਪਣੇ ਸੱਜੇ ਤੇ ਖੱਬੇ ਹੱਥ ਦੇ ਵਿੱਚ ਵੱਖ-ਵੱਖ ਚੀਜ਼ਾਂ ਫੜ ਲੈਣਗੇ ਤੇ ਬੱਚਿਆਂ ਨੂੰ ਦੱਸਣਗੇ ਵੀ ਇਹਨਾਂ ਵਿੱਚ ਕੀ ਅੰਤਰ ਹੈਗਾ। ਹੁਣ ਇਹਨਾਂ ਦੋਨਾਂ ਵਿੱਚ ਫਰਕ ਕੀ ਹੈ? ਇਹ ਹੈਗਾ 2D ਦੇ ਵਿੱਚ। ਤੁਸੀਂ ਮੂਵੀਜ਼ ਵੀ ਸੁਣੀਆਂ ਹੋਈਆਂ ਹੋਣਗੀਆਂ 3D ਦੇ ਵਿੱਚ ਇਸ ਪਾਸੇ ਦਿੱਤਾ ਹੋਇਆ। ਜਦ ਮੈਂ ਕਹਿੰਦੀ ਹਾਂ 2D ਇਹਦਾ ਮਤਲਬ ਤੁਹਾਨੂੰ ਬਸ ਚੀਜ਼ ਦਿਖਾਈ ਦੇ ਜਾਏਗੀ ਉੱਤੋਂ ਵੀ ਇੱਕ ਚੀਜ਼ ਪਈ ਹੈ। ਕਿੰਨੀ ਡੂੰਗੀ ਹੈਗੀ ਹੈ, ਕਿੰਨੀ ਲੰਬੀ ਹੈ, ਕਿੰਨੀ ਚੌੜੀ ਹੈ ਉਹ ਨਹੀਂ ਪਤਾ ਚੱਲੇਗਾ, ਬਸ ਚੀਜ਼ ਦਿਖ ਜਾਏਗੀ। ਤੇ ਜੇ ਆਪਾਂ 3D ਦੀ ਗੱਲ ਕਰੀਏ ਤਾਂ ਇਹਦੀ ਉਚਾਈ, ਵਿਡਥ, ਡੂੰਗੀ ਕਿੰਨੀ ਹੈ ਉਹ ਵੀ ਪਤਾ ਚੱਲ ਜਾਏਗਾ। ਦੇਖੋ ਪੂਰੇ ਤਰੀਕੇ ਦੇ ਨਾਲ ਪਿੱਛੇ ਵਾਲਾ ਹਿੱਸਾ ਵੀ ਤੁਹਾਨੂੰ ਦਿਖ ਰਿਹਾ। ਇਹਨੂੰ ਆਪਾਂ ਕਹਿੰਦੇ ਆ 3D। ਠੀਕ ਹੈ ਬੇਟਾ। ਆ ਦੇਖੋ ਜੇ ਤੁਸੀਂ ਇੱਟ ਦੇਖੋਗੇ ਇਹ ਤੁਸੀਂ ਵਧੀਆ ਤਰੀਕੇ ਨਾਲ ਦੇਖ ਸਕਦੇ ਹੋ ਵੀ ਇੰਨੀ ਚੌੜੀ, ਇੰਨੀ ਮੋਟੀ, ਇੰਨੀ ਡੂੰਗੀ ਹੈਗੀ ਹੈ। ਚਾਰਟ ਪੇਪਰ ਬਸ ਤੁਹਾਨੂੰ ਦਿਖ ਰਿਹਾ ਵੀ ਅਜਿਹਾ ਹੈ, ਇਹ ਨਹੀਂ ਪਤਾ ਲੱਗ ਰਿਹਾ ਵੀ ਕਿੰਨਾ ਮੋਟਾ ਹੈ, ਕਿੰਨਾ ਚੌੜਾ ਹੈ। ਬॉल ਵੀ ਦੇਖੋ ਤੁਹਾਨੂੰ ਪਤਾ ਚੱਲ ਰਹੀ ਹੈ ਵੀ ਹੈਗੀ ਹੈ ਮੋਟੀ। ਚਪਾਤੀ ਸਿਰਫ ਉੱਤੋਂ ਦਿਖ ਰਹੀ ਹੈ ਤੇ ਇਹ ਹੋ ਗਿਆ 2D। ਉਂਝ ਹੀ ਆ ਜਿਹੜਾ ਆਈਸਕ੍ਰੀਮ ਦਾ ਤੁਹਾਡਾ ਕੋਨ ਹੈਗਾ ਇਹ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਦਿਖ ਰਿਹਾ ਵੀ ਡੂੰਗਾ ਵੀ ਹੈਗਾ, ਅੰਦਰੋਂ ਖਾਲੀ ਵੀ ਹੈਗਾ ਤੇ ਇਹਦੀ ਹੈਂਗਰ ਦੀ ਗੱਲ ਕੀਤੀ ਜਾਏ ਤੇ ਇਹ ਇੱਕ ਪਾਸਾ ਹੀ ਇਹਦਾ ਦਿਖਾਈ ਦੇ ਰਿਹਾ ਤੇ 3D ਦੇ ਵਿੱਚ ਤੁਹਾਨੂੰ ਚਾਰੇ ਜਾਂ ਸਾਰੇ ਪਾਸੇ ਦਿਖਾਈ ਦੇ ਜਾਣਗੇ। ਅਗਲਾ ਹੈ choose cube and cuboid from the following shapes and write the name of the shapes। ਇਹਨਾਂ ਵਿੱਚੋਂ ਤੁਸੀਂ ਦੱਸਣਾ ਕਿਹੜਾ ਕਿਊਬ ਹੈ, ਕਿਹੜਾ ਕਿਊਬੋਇਡ ਹੈ ਤੇ ਨਾਲ ਦੀ ਨਾਲ ਇਹਨਾਂ ਦੇ ਨਾਮ ਵੀ ਲਿਖਣੇ ਨੇ। ਹੁਣ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਕਿਊਬ ਕੀ ਹੁੰਦਾ ਹੈ। ਜੇ ਆਪਾਂ ਇੱਥੇ ਸਕੁਅਰ ਬਣਾ ਦਈਏ ਇੰਜ ਕਰਕੇ ਇਹ ਸਕੁਅਰ ਬਣ ਗਿਆ, ਇਹ 2D ਦੇ ਵਿੱਚ ਹੈਗਾ। ਕਿਊਬ ਕੀ ਹੋਏਗਾ? ਆ ਦੇਖੋ ਸਾਰੇ ਪਾਸੇ ਤੁਹਾਨੂੰ ਦਿਖ ਜਾਣਗੇ, ਇਹ ਹੋ ਗਿਆ ਤੁਹਾਡਾ 3D ਦੇ ਵਿੱਚ ਸਕੁਅਰ ਹੀ ਕਿਊਬ ਬਣ ਜਾਂਦਾ ਹੈ। ਉਂਝ ਹੀ ਜੇ ਮੈਂ ਕਿਊਬੋਇਡ ਦੀ ਗੱਲ ਕਰਾਂ ਤੇ ਇੱਥੇ ਗੱਲ ਕਰਾਂ ਰੈਕਟੈਂਗਲ ਦੀ, ਤੁਸੀਂ ਰੈਕਟੈਂਗਲ ਮੰਨ ਲਓ 2D ਦੇ ਵਿੱਚ ਹੈਗਾ। ਜਿਹੜਾ ਕਿਊਬੋਇਡ ਹੈਗਾ ਉਹ ਇੱਕ ਰੈਕਟੈਂਗਲ ਹੈ ਪਰ ਉਹ 3D ਦੇ ਵਿੱਚ ਹੈਗਾ। ਆ ਦੇਖੋ ਇਹ ਆ ਗਿਆ 3D ਦੇ ਵਿੱਚ ਤੇ ਇਹ ਹੈਗਾ 2D ਦੇ ਵਿੱਚ। ਹੁਣ ਤੁਹਾਨੂੰ ਫਰਕ ਪਤਾ ਲੱਗ ਜੂਗਾ। ਆ ਸ਼ੁਰੂ ਕਰਦੇ ਹਾਂ। ਦੇਖੋ ਜ਼ਿਆਦਾਤਰ ਤੁਹਾਨੂੰ ਆ ਬਰਾਬਰ ਸਾਈਡਸ ਦਿਖ ਰਹੀਆਂ ਹੋਣਗੀਆਂ ਤੇ ਇਹ ਹੈਗਾ ਸਾਡਾ ਕਿਊਬ ਤੇ ਕੀ ਹੈਗਾ ਇਹ ਚੌਕ ਬਾਕਸ। ਇਹ ਲੰਬਾ ਹੈ, ਚੌੜਾ ਹੈ ਕਿਊਬੋਇਡ, ब्रिक, इट। ए भी चौड़ा है, लंबा है, क्यूबॉइड, ब्रेड। आ देखो ए भी चौड़ा है, क्यूबॉइड, तुसी इहनू लिख सकते हो रबड़ या इरेजर। बराबर हिस्से वाला लग रहा है क्यूब, ਇਹਨੂੰ ਆਪਾਂ ਕਹੀਦਾ ਲੁੱਡੋ ਦੇ ਵਿੱਚ ਜਿਹੜਾ ਵਰਤਦੇ ਆ ਡਾਈਸ। ਹੁਣ ਪਤਾ ਲੱਗ ਗਿਆ ਕਿਊਬ ਤੇ ਕਿਊਬੋਇਡ ਦੇ ਵਿੱਚ ਫਰਕ। ਅੱਗੇ ਹੈ ਆਈਡੈਂਟੀਫਾਈ ਦ ਫੋਲੋਇੰਗ ਸ਼ੇਪਸ ਐਂਡ ਰਾਈਟ देयर ਨੇਮਸ। ਕਿਹੜੀ ਸ਼ੇਪ ਹੈਗੀ ਹੈ ਤੇ ਉਹਦਾ ਨਾਮ ਲਿਖੋ। ਇਹ ਜਿਹੜਾ ਹੈ ਗੋਲ ਚੱਕਰ ਹੈ,
ਇਹਨੂੰ ਆਪਾਂ ਕਹਿ ਸਕਦੇ ਹਾਂ ਸਰਕਲ, ਜਾਂ ਇੱਕ ਹੋਰ ਨਾਮ ਹੈ, ਇਹਨੂੰ ਆਪਾਂ ਕਹਿ ਸਕਦੇ ਹਾਂ ਸਫੈਰਿਕਲ, ਜੇ ਤੁਹਾਨੂੰ 3D ਦੇ ਵਿੱਚ ਦਿਖ ਰਿਹਾ ਹੈ। ਉਸ ਤੋਂ ਬਾਅਦ ਆ ਦੇਖੋ, ਆ ਟਰਾਇੰਗਲ ਤਾਂ ਹੈ ਨਹੀਂ, ਤੁਹਾਨੂੰ ਇਹ ਪਤਾ ਚੱਲ ਰਿਹਾ ਵਧੀਆ ਤਰੀਕੇ ਦੇ ਨਾਲ ਵੀ ਕਿੰਨਾ ਡੂੰਘਾ ਹੈਗਾ, ਕੀ ਹੈਗਾ। ਤੇ ਜਿਹੜਾ ਟਰਾਇੰਗਲ ਹੈ ਉਹ 3D ਦੇ ਵਿੱਚ ਬਣ ਜਾਂਦਾ ਹੈ ਕੋਨ, ਤੇ ਇਹਨੂੰ ਆਪਾਂ ਕਹਾਂਗੇ ਕੋਨ। 3D ਫਾਰਮ ਦੇ ਵਿੱਚ ਹੈਗਾ, ਆ ਵੀ 3D ਦੇ ਵਿੱਚ ਹੈਗਾ, ਤੇ ਇਹਨੂੰ ਆਪਾਂ ਕਹਾਂਗੇ ਕਿਊਬੋਇਡ। ਅੱਗੇ ਹੈਗਾ ਗਲਾਸ। ਹੁਣ ਦੇਖੋ ਬੱਚਿਓ, ਇੰਜ ਕਰਕੇ ਜਿੱਥੇ ਤੁਹਾਨੂੰ ਡੂੰਘਾਈ ਪਤਾ ਲੱਗ ਰਹੀ ਹੈ, ਦੋ ਪੈਰਲਲ ਲਾਈਨਾਂ ਤੇ ਉੱਤੇ ਦੇ ਥੱਲੇ ਦੋ ਗੋਲ ਚੱਕਰ ਹੈਗੇ ਨੇ, ਇੱਥੇ ਤੇ ਇੱਥੇ, ਇਹਨੂੰ ਆਪਾਂ ਕਹੀਦਾ 3D ਦੇ ਵਿੱਚ ਦੱਸਿਆ ਗਿਆ ਹੈ, ਇਹ ਹੈਗਾ ਸਿਲੰਡਰ। ਅਗਲਾ ਹੈਗਾ ਟੈਂਟ ਬਣਾਇਆ ਹੋਇਆ, 1 2 3, 3 ਸਾਈਡਸ ਨੇ ਇੱਥੇ ਤੇ 3 ਪਿੱਛੇ ਵੀ ਹੈਗੇ ਨੇ। ਵੈਸੇ ਜੇ ਕਿਸੇ ਦੀ 3 ਸਾਈਡਸ ਹੋਏ 6 ਬਣ ਜਾਣ, ਉਹਨੂੰ ਹੈਕਸਾਗਨ ਕਹੀਦਾ, ਪਰ ਅਜੇ ਇਹਨੂੰ ਆਪਾਂ ਲਿਖਾਂਗੇ ਕੋਨ। ਇਹ ਹੈਗਾ ਜਿਓਮੈਟਰੀ ਬਾਕਸ, ਕਿਊਬੋਇਡ। ਗਲੋਬ, ਸਫੈਰਿਕਲ ਲਿਖ ਸਕਦੇ ਹਾਂ। इरेजर, क्यूबॉइड। ब्रेड, क्यूबॉइड। फर्क समझ आ गया ਤੁਹਾਨੂੰ? ਜੇ 3D ਦੇ ਵਿੱਚ ਦੱਸਿਆ ਹੋਏ ਕੋਈ ਵੀ ਚੀਜ਼, ਉਹਦੇ ਵੱਖ-ਵੱਖ ਨਾਮ ਹੈਗੇ ਨੇ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਸੀਂ ਬਹੁਤ ਸਾਰੀ ਨਵੀਆਂ ਚੀਜ਼ਾਂ ਸਿੱਖੀਆਂ ਹੋਣਗੀਆਂ। ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਾਂਗੇ, ਪਰ ਉਸ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਵਧੀਆ ਤਰੀਕੇ ਦੇ ਨਾਲ ਯਾਦ ਵੀ ਕਰ ਲਿਓ। Bye bye, take care.